ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ। ਅੱਜ ਆਪਾਂ ਮੇਰੇ ਲਿਖੇ ਪੰਜਾਬੀ ਨਾਵਲ ਇੰਨਾ ਨਾ ਰਵਾਇਆ ਕਰਦਾ ਭਾਗ ਤੀਜਾ ਸੁਣਾਂਗੇ। ਅੱਜ ਅਸੀਂ ਤੀਜਾ ਭਾਗ ਸੁਣਾਂਗੇ ਮੇਰੇ ਪੰਜਾਬੀ ਨਾਵਲ ਇੰਨਾ ਨਾ ਰਵਾਇਆ ਕਰਦਾ। ਸੋ ਹੁਣ ਤੱਕ ਅਸੀਂ ਸੁਣਿਆ ਕਿ ਮਨਿੰਦਰ ਨੇ ਲਾਲੀ ਦੇ ਢਿੱਡ ਵਿੱਚ ਮੁੱਕੀ ਮਾਰੀ ਸੀ, ਜਿਸ ਕਾਰਨ ਕਰਕੇ ਲਾਲੀ ਦੇ ਸਵੈਲਿੰਗ ਹੋ ਗਈ। ਉਸ ਦੀ ਮਾਮੀ ਉਸ ਨੂੰ ਹਸਪਤਾਲ ਲੈ ਕੇ ਗਈ। ਕਈ ਦਿਨ ਲਾਲੀ ਸਕੂਲ ਨਾ ਆਈ, ਜਿਸ ਦੇ ਨਾਲ ਮਨਿੰਦਰ ਨੂੰ ਚਿੰਤਾ ਹੋਣ ਲੱਗੀ ਅਤੇ ਆਪਣੀ ਗਲਤੀ ਦਾ ਅਹਿਸਾਸ ਵੀ ਹੋਣ ਲੱਗਿਆ। ਸੋ ਆਓ ਆਪਾਂ ਹੁਣ ਇਸ ਤੋਂ ਅੱਗੇ ਮੇਰੇ ਨਾਵਲ ਇੰਨਾ ਨਾ ਰਵਾਇਆ ਕਰ ਨੂੰ ਸੁਣਦੇ ਹਾਂ। ਲਾਲੀ 4 ਦਿਨਾਂ ਬਾਅਦ ਸਕੂਲ ਆਈ ਸੀ। ਉਸਨੇ ਘਰ ਵਾਲੀਆਂ ਸਾਰੀਆਂ ਰਾਤਾਂ ਮਨਿੰਦਰ ਦੀ ਯਾਦ ਵਿੱਚ ਬਤੀਤ ਕੀਤੀਆਂ ਸਨ। ਅੱਜ ਜਦੋਂ ਉਹ ਸਕੂਲ ਆਈ ਸੀ ਤਾਂ ਭਾਵੇਂ ਉਹ ਬਹੁਤ ਉਦਾਸ ਸੀ, ਪਰ ਫਿਰ ਵੀ ਉਸਦੇ ਚਿਹਰੇ ਦੇ ਨੂਰ ਵਿੱਚ ਇੱਕ ਵੱਖਰੀ ਜਿਹੀ ਚਮਕ ਸੀ। ਸ਼ਾਇਦ ਉਸਦੇ ਜੀਵਨ ਦਾ ਨਵਾਂ ਸਫ਼ਰ ਸ਼ੁਰੂ ਹੋ ਗਿਆ ਸੀ, ਜਿਸ ਨਾਲ ਲੜਕੀਆਂ ਦੀ ਜਵਾਨੀ ਵਾਲੀ ਉਮਰ ਨਵੀਂ ਕਰਵਟ ਲੈਂਦੀ ਹੈ ਅਤੇ ਲੜਕੀਆਂ ਨੂੰ ਆਪਣੇ ਔਰਤ ਹੋਣ ਦਾ ਅਹਿਸਾਸ ਹੁੰਦਾ ਹੈ। ਭਾਵੇਂ ਮਨਿੰਦਰ ਉਸ ਵੱਲ ਦੇਖਦਾ ਨਹੀਂ ਸੀ ਅਤੇ ਉਸ ਨਾਲ ਗੱਲ ਵੀ ਨਹੀਂ ਕਰਦਾ ਸੀ, ਪਰ ਫਿਰ ਵੀ ਅੱਜ ਉਸ ਦਾ ਮਨ ਕਰਦਾ ਸੀ ਕਿ ਉਹ ਭੱਜ ਕੇ ਜਾ ਕੇ ਮਨਿੰਦਰ ਨੂੰ ਜੱਫੀ ਪਾ ਲਵੇ। ਮਨਿੰਦਰ ਨੂੰ ਲਾਲੀ ਦੇ ਪੇਟ ਵਿੱਚ ਮੁੱਕੀ ਮਾਰਨ ਦਾ ਬਹੁਤ ਪਛਤਾਵਾ ਤਾਂ ਸੀ। ਸ਼ਾਇਦ ਉਹ ਸ਼ਰਮ ਦਾ ਮਾਰਿਆ ਲਾਲੀ ਦੇ ਸਾਹਮਣੇ ਨਹੀਂ ਆਉਣਾ ਚਾਹੁੰਦਾ ਸੀ। ਲਾਲੀ ਨੇ ਉਸ ਦਿਨ ਮਨਿੰਦਰ ਨੂੰ ਬੁਲਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ, ਪਰ ਹਰ ਵਾਰ ਉਹ ਕੰਨੀ ਕਤਰਾ ਗਿਆ। ਜੱਸੀ ਚਿਰਾਂ ਤੋਂ ਵਿਛੜੇ ਦੋਸਤਾਂ ਵਾਂਗ ਲਾਲੀ ਨੂੰ ਭੱਜ ਕੇ ਆ ਕੇ ਮਿਲੀ ਤੇ ਘੁੱਟ ਕੇ ਜੱਫੀ ਪਾ ਲਈ। ਲਾਲੀ ਕੋਲੋਂ ਸਾਰੀ ਖੈਰ ਸੁੱਖ ਪੁੱਛੀ ਅਤੇ ਉਸ ਨੂੰ ਸਾਰੀ ਕਹਾਣੀ ਦਾ ਪਤਾ ਲੱਗ ਗਿਆ। ਜੱਸੀ ਨੇ ਦੱਸਿਆ ਕਿ ਉਸਨੇ ਇੱਕ ਦਿਨ ਮਨਿੰਦਰ ਦੀ ਚੰਗੀ ਕਲਾਸ ਲਾਈ ਸੀ ਅਤੇ ਗਾਲਾਂ ਵੀ ਕੱਢੀਆਂ ਸਨ ਅਤੇ ਪ੍ਰਿੰਸੀਪਲ ਨੂੰ ਸ਼ਿਕਾਇਤ ਲਾਉਣ ਦੀ ਧਮਕੀ ਵੀ ਦਿੱਤੀ ਸੀ। ਉਹ ਮੇਰੀਆਂ ਮਿੰਨਤਾਂ ਕਰਦਾ ਸੀ ਅਤੇ ਮੁੱਕੀ ਮਾਰਨ ਦੀ ਮਾਫ਼ੀ ਵੀ ਮੰਗਦਾ ਸੀ। ਲਾਲੀ ਨੇ ਆਖਿਆ, ਨਾ ਨਹੀਂ ਅੜੀਏ, ਤੂੰ ਉਹਨੂੰ ਗਾਲਾਂ ਨਾ ਕੱਢਿਆ ਕਰ। ਤੈਨੂੰ ਪਤਾ ਉਹ ਗਾਲਾਂ ਮੁੜ ਘੁੜ ਕੇ ਮੈਨੂੰ ਹੀ ਮਿਲਦੀਆਂ ਹਨ। ਉਹ ਗਾਲਾਂ ਮੁੜ ਘੁੜ ਕੇ ਮੈਨੂੰ ਹੀ ਮਿਲਦੀਆਂ ਹਨ। ਮੇਰੇ ਵਾਸਤੇ ਇੰਨਾ ਹੀ ਬਹੁਤ ਹੈ ਕਿ ਉਸਨੂੰ ਮੇਰੇ ਮੁੱਕੀ ਮਾਰਨ ਦਾ ਦੁੱਖ ਹੈ ਅਤੇ ਉਸਨੇ ਇਸ ਗਲਤੀ ਦੀ ਮਾਫ਼ੀ ਵੀ ਮੰਗ ਲਈ ਹੈ। ਹੁਣ ਉਹ ਭਾਵੇਂ ਮੇਰੇ ਨਾਲ ਨਾ ਵੀ ਬੋਲੇ, ਮੇਰੇ ਵਾਸਤੇ ਇੰਨੀ ਖੁਸ਼ੀ ਹੀ ਬਹੁਤ ਹੈ ਕਿ ਉਹ ਮੇਰੇ ਦੁੱਖ ਵਿੱਚ ਦੁਖੀ ਹੈ। ਲਾਲੀ ਹੁਣ ਸਿਆਣੀ ਜਿਹੀ ਲੱਗਣ ਲੱਗ ਗਈ ਸੀ। ਉਸਦੇ ਅੰਦਰ ਦਾ ਨਵਾਂ ਸਫ਼ਰ ਸ਼ੁਰੂ ਹੋਣ ਨਾਲ ਅੱਜ ਕੱਲ੍ਹ ਦੀਵਾਨੀ ਜੀ ਰਹਿਣ ਲੱਗ ਪਈ ਸੀ। ਲਾਲੀ ਦਾ ਸਕੂਲ ਗੁਰਦੁਆਰੇ ਦੇ ਵਿੱਚ ਸੀ ਅਤੇ ਇਹ ਸਕੂਲ ਗੁਰਦੁਆਰੇ ਦੇ ਟਰੱਸਟ ਨੇ ਬਣਾਇਆ ਸੀ। ਦਰਬਾਰ ਸਾਹਿਬ ਦੇ ਤਿੰਨੇ ਪਾਸੇ ਸਕੂਲ ਦੀ 2 ਮੰਜ਼ਿਲੀ ਬਿਲਡਿੰਗ ਸੀ ਅਤੇ ਇੱਕ ਪਾਸੇ ਗ੍ਰੰਥੀ ਸਿੰਘਾਂ ਦੇ ਰਹਿਣ ਦੀ ਥਾਂ ਸੀ। ਨਾਲ ਹੀ ਛੋਟਾ ਜਿਹਾ ਲੰਗਰ ਵੀ ਸੀ ਅਤੇ ਉਸ ਦੇ ਨਾਲ ਹੀ ਬਾਥਰੂਮ ਬਣੇ ਹੋਏ ਸਨ। ਵਿਚਕਾਰ ਖੁੱਲ੍ਹੀ ਥਾਂ ਵਿੱਚ ਚਿੱਟੇ ਰੰਗ ਦਾ ਦਰਬਾਰ ਸਾਹਿਬ ਬਣਿਆ ਹੋਇਆ ਸੀ, ਜਿਸ ਵਿੱਚ ਹਰ ਸ਼ਨੀਵਾਰ, ਐਤਵਾਰ
ਸ਼ਹਿਰ ਵਾਲਿਆਂ ਵੱਲੋਂ ਕੋਈ ਨਾ ਕੋਈ ਖੁਸ਼ੀ ਗਮੀ ਦਾ ਪ੍ਰੋਗਰਾਮ ਹੁੰਦਾ ਹੀ ਰਹਿੰਦਾ ਸੀ। ਕਦੇ ਕਦੇ ਅੱਗੋਂ ਪਿੱਛੋਂ ਵੀ ਕੋਈ ਪ੍ਰੋਗਰਾਮ ਹੋ ਜਾਂਦਾ ਸੀ। ਇੱਕ ਦਿਨ ਸਕੂਲ ਟਾਈਮ ਵਿੱਚ ਦੁਪਹਿਰ ਵੇਲੇ ਗੁਰਦੁਆਰੇ ਕੋਈ ਪ੍ਰੋਗਰਾਮ ਸੀ ਅਤੇ ਗੁਰਬਾਣੀ ਦਾ ਕੀਰਤਨ ਹੋ ਰਿਹਾ ਸੀ। ਗੁਰਦੁਆਰੇ ਦੇ ਰਾਗੀ ਸਿੰਘ ਭਾਈ ਗੁਰਮੇਲ ਸਿੰਘ ਜੀ ਬਹੁਤ ਹੀ ਮਿੱਠੀ ਆਵਾਜ਼ ਵਿੱਚ ਇੱਕ ਸ਼ਬਦ ਦਾ ਕੀਰਤਨ ਕਰ ਰਹੇ ਸਨ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹੋਂ ਬਿਰਹਿ ਜਾਲੀ। ਉਸ ਵੇਲੇ ਸਕੂਲ ਵਿੱਚ ਲੰਚ ਟਾਈਮ ਸੀ ਅਤੇ ਲਾਲੀ ਉਸ ਵੇਲੇ ਗੁਰਦੁਆਰੇ ਅੰਦਰ ਮੱਥਾ ਟੇਕਣ ਗਈ ਸੀ। ਉਸ ਨੂੰ ਜ਼ਿਆਦਾ ਸਮਝ ਤਾਂ ਨਹੀਂ ਆਈ, ਪਰ ਇਹ ਸ਼ਬਦ ਬਹੁਤ ਪਿਆਰਾ ਲੱਗਿਆ। ਉਸਨੇ ਸਕੂਲ ਦੀ ਸਾਰੀ ਛੁੱਟੀ ਵੇਲੇ ਜੱਸੀ ਨੂੰ ਨਾਲ ਲੈ ਕੇ ਰਾਗੀ ਸਿੰਘ ਕੋਲੋਂ ਇਸ ਸ਼ਬਦ ਦਾ ਮਤਲਬ ਪੁੱਛ ਲਿਆ ਸੀ। ਰਾਗੀ ਸਿੰਘ ਨੇ ਦੱਸਿਆ ਕਿ ਇਹ ਸ਼ਬਦ ਬਾਬਾ ਫਰੀਦ ਜੀ ਦਾ ਹੈ ਅਤੇ ਇਸ ਸ਼ਬਦ ਦੇ ਵਿੱਚ ਬਾਬਾ ਫਰੀਦ ਜੀ ਕੋਇਲ ਨੂੰ ਪੁੱਛਦੇ ਹਨ, ਹੇ ਕੋਇਲ, ਤੇਰੀ ਆਵਾਜ਼ ਤਾਂ ਬਹੁਤ ਸੋਹਣੀ ਹੈ, ਪਰ ਤੂੰ ਕਾਲੇ ਰੰਗ ਦੀ ਕਿਉਂ ਹੈ ਅਤੇ ਕਿਸ ਕਾਰਨ ਕਰਕੇ ਤੇਰਾ ਰੰਗ ਕਾਲਾ ਹੋ ਗਿਆ। ਅੱਗੋਂ ਕੋਇਲ ਨੇ ਆਖਿਆ ਕਿ ਮੈਂ ਆਪਣੇ ਪਿਆਰੇ ਨਾਲੋਂ ਵਿਛੜ ਗਈ ਹਾਂ ਅਤੇ ਪਿਆਰੇ ਪ੍ਰੀਤਮ ਦੇ ਵਿਛੋੜੇ ਨੇ ਮੈਨੂੰ ਕਾਲਾ ਕਰ ਦਿੱਤਾ। ਇਹ ਸੁਣ ਕੇ ਇੱਕ ਵਾਰ ਤਾਂ ਲਾਲੀ ਦੇ ਦਿਲ ਵਿੱਚ ਚੀਸ ਜੀ ਪਈ। ਉਸਨੇ ਰਾਗੀ ਜੀ ਦਾ ਅਰਥ ਸੁਣਾਉਣ ਵਾਸਤੇ ਧੰਨਵਾਦ ਕੀਤਾ ਅਤੇ ਜੱਸੀ ਨੂੰ ਲੈ ਕੇ ਆਪਣੇ ਰਿਕਸ਼ੇ ਕੋਲ ਆ ਗਈ। ਉਸ ਦੀਆਂ ਅੱਖਾਂ ਵਿੱਚ ਚਮਕ ਸੀ। ਜੱਸੀ ਨੇ ਲਾਲੀ ਦੀਆਂ ਅੱਖਾਂ ਦੀ ਚਮਕ ਦੇਖ ਕੇ ਪੁੱਛਿਆ, ਹੁਣ ਤੂੰ ਕੀ ਕਰੇਂਗੀ? ਲਾਲੀ ਨੇ ਕਿਹਾ, ਕੁਝ ਨਹੀਂ, ਬਸ ਹੁਣ ਉਹੀ ਕਰਾਂਗੀ ਜੋ ਰਾਗੀ ਜੀ ਨੇ ਦੱਸਿਆ ਹੈ, ਪਰ ਹੁਣ ਮੈਂ ਮਨਿੰਦਰ ਦੇ ਮਗਰ ਨਹੀਂ ਭੱਜਾਂਗੀ। ਉਸ ਦਿਨ ਤੋਂ ਬਾਅਦ ਲਾਲੀ ਮਸਤਾਨੀ ਜੀ ਰਹਿਣ ਲੱਗ ਗਈ ਸੀ। ਹੁਣ ਉਸਨੇ 13ਵੇਂ ਸਾਲ ਵਿੱਚ ਕਦਮ ਰੱਖ ਲਿਆ ਸੀ ਅਤੇ ਉਸ ਦੇ ਸਰੀਰ ਦੇ ਅੰਗਾਂ ਦਾ ਉਭਾਰ ਦਿਨੋਂ ਦਿਨ ਨਿਖਰਦਾ ਜਾਂਦਾ ਸੀ। ਹੁਣ ਉਹ ਮਨਿੰਦਰ ਦੇ ਮਗਰ ਨਹੀਂ ਭੱਜਦੀ ਸੀ, ਪਰ ਉਸ ਦੀਆਂ ਯਾਦਾਂ ਵਿੱਚ ਜ਼ਰੂਰ ਰਹਿੰਦੀ ਸੀ। ਉਹ ਰੋਂਦੀ ਜ਼ਰੂਰ ਸੀ, ਪਰ ਮਨਿੰਦਰ ਦੇ ਸਾਹਮਣੇ ਨਹੀਂ। ਰਾਤ ਨੂੰ ਉਸ ਦੀਆਂ ਯਾਦਾਂ ਵਿੱਚ ਰੋਂਦੀ ਸੀ। ਲਾਲੀ ਹਰ ਵੇਲੇ ਇੱਕ ਧੁਨ ਵਿੱਚ ਮਸਤ ਜੀ ਰਹਿੰਦੀ। ਲਾਲੀ ਹਰ ਵੇਲੇ ਇੱਕ ਧੁਨ ਵਿੱਚ ਮਸਤ ਜੀ ਰਹਿਣ ਲੱਗ ਪਈ। ਹੁਣ ਉਸ ਨੂੰ ਸਮਝ ਆ ਗਈ ਸੀ ਕਿ ਆਪਣੇ ਪਿਆਰੇ ਦੀ ਯਾਦ ਵਿੱਚ ਵੀ ਰਿਹਾ ਜਾ ਸਕਦਾ ਹੈ। ਯਾਦ ਵੀ ਇੱਕ ਤਰ੍ਹਾਂ ਦਾ ਪਿਆਰ ਹੀ ਹੁੰਦਾ ਹੈ ਨਾ। ਮੈਂ ਵੀ ਕੋਇਲ ਵਾਂਗ ਆਪਣੇ ਆਪ ਨੂੰ ਉਸ ਦੇ ਵਿਛੋੜੇ ਵਿੱਚ ਸਾੜ ਸਕਦੀ ਹਾਂ। ਮੈਂ ਵੀ ਕੋਇਲ ਵਾਂਗ ਆਪਣੇ ਆਪ ਨੂੰ ਉਸ ਦੇ ਵਿਛੋੜੇ ਵਿੱਚ ਸਾੜ ਸਕਦੀ ਹਾਂ। ਉਹ ਇੱਕ ਦਿਨ ਮੈਨੂੰ ਜ਼ਰੂਰ ਮਿਲੇਗਾ। ਉਹ ਹਰ ਵੇਲੇ ਮਨਿੰਦਰ ਨੂੰ ਯਾਦ ਕਰਦੀ ਸੀ। ਉਹ ਹਰ ਰੋਜ਼ ਮਨਿੰਦਰ ਨੂੰ ਚੋਰੀ ਚੋਰੀ ਦੇਖਦੀ ਸੀ। ਉਹ ਜਿੱਥੇ ਵੀ ਬੈਠਦੀ ਸੀ ਮਨਿੰਦਰ ਦਾ ਹੀ ਨਾਮ ਲਿਖਦੀ ਸੀ। ਡੈਸਕ ਉੱਤੇ, ਕੰਧ ਉੱਤੇ, ਧਰਤੀ ਉੱਤੇ, ਉਸ ਦੀ ਹਰ ਹਰਕਤ ਦੇ ਵਿੱਚ ਮਨਿੰਦਰ ਵਸਿਆ ਹੋਇਆ ਸੀ। ਪਰ ਉਹ ਮਨਿੰਦਰ ਨੂੰ ਮਹਿਸੂਸ ਵੀ ਨਹੀਂ ਹੋਣ ਦਿੰਦੀ ਸੀ। ਮਨਿੰਦਰ ਲਾਲੀ ਦੇ ਇਸ ਤਰ੍ਹਾਂ ਦੇ ਬਿਹੇਵ ਤੋਂ ਬਹੁਤ ਪਰੇਸ਼ਾਨ ਸੀ ਕਿ ਅੱਜ ਕੱਲ੍ਹ ਲਾਲੀ ਉਸ ਨੂੰ ਬੁਲਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੀ। ਹੁਣ ਉਹ ਚੋਰੀ ਚੋਰੀ ਲਾਲੀ ਨੂੰ ਦੇਖਣ ਲੱਗ ਗਿਆ ਸੀ। ਜਨਵਰੀ ਦਾ ਮਹੀਨਾ ਆ ਗਿਆ ਅਤੇ ਪ੍ਰਾਇਮਰੀ ਸਕੂਲਾਂ ਦੇ ਪੇਪਰਾਂ ਦੀਆਂ ਤਿਆਰੀਆਂ ਹੋ ਰਹੀਆਂ ਸਨ। ਸਭ ਬੱਚੇ ਆਪਣੀਆਂ ਆਪਣੀਆਂ ਤਿਆਰੀਆਂ ਵਿੱਚ ਧਿਆਨ ਦੇ ਰਹੇ ਸਨ। ਪਿਛਲੇ ਕਈ ਦਿਨਾਂ ਤੋਂ ਮਨਿੰਦਰ ਦੀ ਕਲਾਸ ਦਾ ਇੱਕ ਸੰਤੋਖ ਨਾਮ ਦਾ ਮੁੰਡਾ ਲਾਲੀ ਵੱਲ ਅਜੀਬ ਅਜੀਬ ਜਿਹਾ ਦੇਖ ਰਿਹਾ ਸੀ। ਉਹ ਵੀ 15-16 ਸਾਲ ਦਾ ਸੀ ਅਤੇ ਉਹ ਲਾਲੀ ਦਾ ਪਿੱਛਾ ਵੀ ਕਰਦਾ ਰਹਿੰਦਾ ਸੀ।
ਇੱਕ ਦਿਨ ਉਹ ਬਾਥਰੂਮ ਕੋਲ ਲਾਲੀ ਦੇ ਅੱਗੇ ਹੋ ਕੇ ਖੜ ਗਿਆ। ਇੱਕ ਦਿਨ ਉਹ ਬਾਥਰੂਮਾਂ ਕੋਲ ਲਾਲੀ ਦੇ ਅੱਗੇ ਹੋ ਕੇ ਖੜ ਗਿਆ ਸੀ ਅਤੇ ਲਾਲੀ ਉਸ ਨੂੰ ਧੱਕਾ ਦੇ ਕੇ ਭੱਜ ਆਈ ਸੀ। ਉਸ ਦਿਨ ਤੋਂ ਉਹ ਲਾਲੀ ਵੱਲ ਪਿਆਰ ਨਾਲ ਘੱਟ ਅਤੇ ਗੁੱਸੇ ਨਾਲ ਜ਼ਿਆਦਾ ਦੇਖਦਾ ਸੀ। ਇੱਕ ਦਿਨ ਲੰਚ ਟਾਈਮ ਵੇਲੇ ਲਾਲੀ ਸਕੂਲ ਦੇ ਵਿਹੜੇ ਵਿੱਚ ਧੁੱਪੇ ਬੈਠੀ ਸੀ ਅਤੇ ਰੋਟੀ ਖਾਈ ਜਾਂਦੀ ਸੀ। ਮਨਿੰਦਰ ਉੱਪਰ ਬਰਾਂਡਿਆਂ ਵਿੱਚ ਖੜਾ ਲਾਲੀ ਵੱਲ ਦੇਖ ਰਿਹਾ ਸੀ। ਸੰਤੋਖ ਨੇ ਪਿੱਛੋਂ ਦੀ ਆ ਕੇ ਲਾਲੀ ਦੀ ਗੁੱਤ ਫੜ ਕੇ ਜ਼ੋਰ ਦੀ ਝਟਕਾ ਮਾਰਿਆ, ਜਿਸ ਨਾਲ ਲਾਲੀ ਦੀ ਚੀਕ ਨਿਕਲ ਗਈ। ਗੁੱਤ ਖਿੱਚਣ ਨਾਲ ਲਾਲੀ ਦਾ ਮੂੰਹ ਉੱਪਰ ਨੂੰ ਹੋ ਗਿਆ ਤਾਂ ਉਸਨੇ ਦੇਖਿਆ ਕਿ ਉੱਪਰ ਬਰਾਂਡਿਆਂ ਵਿੱਚ ਮਨਿੰਦਰ ਖੜਾ ਹੈ। ਪਹਿਲਾਂ ਤਾਂ ਲਾਲੀ ਨੂੰ ਲੱਗਿਆ ਕਿ ਉਸ ਦੀ ਗੁੱਤ ਮਨਿੰਦਰ ਨੇ ਖਿੱਚੀ ਹੈ, ਪਰ ਮਨਿੰਦਰ ਤਾਂ ਬਰਾਂਡੇ ਵਿੱਚ ਖੜਾ ਸੀ। ਸੰਤੋਖ ਨੇ ਲਾਲੀ ਦੀ ਗੁੱਤ ਫੜੀ ਰੱਖੀ, ਪਰ ਨਾਲ ਹੀ ਧੱਕਾ ਦੇ ਕੇ ਮੂੰਹ ਧਰਤੀ ਉੱਤੇ ਸੁੱਟ ਦਿੱਤਾ। ਲਾਲੀ ਦਰਦ ਨਾਲ ਕੁਰਲਾ ਕੇ ਉੱਚੀ ਆਵਾਜ਼ ਵਿੱਚ ਬੋਲੀ, ਮਨਿੰਦਰ। ਮਨਿੰਦਰ ਤਾਂ ਪਹਿਲਾਂ ਹੀ ਲਾਲੀ ਨੂੰ ਛਡਾਉਣ ਵਾਸਤੇ ਥੱਲੇ ਆ ਗਿਆ ਸੀ, ਪਰ ਜਦੋਂ ਲਾਲੀ ਨੇ ਮਨਿੰਦਰ ਦਾ ਨਾਮ ਲੈ ਕੇ ਆਵਾਜ਼ ਮਾਰੀ ਸੀ, ਉਦੋਂ ਉਹ ਬਿਲਕੁਲ ਲਾਲੀ ਦੇ ਕੋਲ ਪਹੁੰਚ ਗਿਆ ਸੀ। ਗੁੱਸੇ ਵਿੱਚ ਆਏ ਮਨਿੰਦਰ ਨੇ ਇੱਕ ਹੱਥ ਸੰਤੋਖ ਦੇ ਸਿਰ ਦੇ ਵਾਲਾਂ ਨੂੰ ਪਾਇਆ ਅਤੇ ਇੱਕ ਹੱਥ ਉਸ ਦੀਆਂ ਗੁੱਤਾਂ ਦੇ ਸੰਨ ਵਿੱਚ ਇੱਕ ਲੱਤ ਸੰਤੋਖ ਦੇ ਸਿਰ ਦੇ ਵਾਲਾਂ ਨੂੰ ਪਾਇਆ ਤੇ ਇੱਕ ਹੱਥ ਸੰਤੋਖ ਦੀਆਂ ਲੱਤਾਂ ਦੇ ਸੰਨ ਵਿੱਚ ਦੇ ਕੇ ਉਸ ਦੇ ਕੋਫਤਿਆਂ ਨੂੰ ਪਾ ਕੇ ਸੰਤੋਖ ਨੂੰ ਕਾਬੂ ਕਰ ਲਿਆ ਸੀ। ਲੱਤਾਂ ਦੇ ਵਿਚਕਾਰ ਵਾਲੇ ਦਰਦ ਨਾਲ ਸੰਤੋਖ ਕੁਰਲਾ ਉੱਠਿਆ ਅਤੇ ਉਸ ਦੇ ਹੱਥ ਲਾਲੀ ਦੇ ਵਾਲਾਂ ਤੋਂ ਢਿੱਲੇ ਪੈ ਗਏ, ਜਿਸ ਨਾਲ ਲਾਲੀ ਪੂਰੀ ਤਰ੍ਹਾਂ ਉਸ ਦੇ ਹੱਥਾਂ ਵਿੱਚੋਂ ਛੁੱਟ ਚੁੱਕੀ ਸੀ। ਮਨਿੰਦਰ ਨੇ ਸੰਤੋਖ ਨੂੰ ਧਰਤੀ ਉੱਤੇ ਪਟਕਾ ਕੇ ਮਾਰਿਆ ਅਤੇ ਬੜੀ ਫੁਰਤੀ ਨਾਲ ਕੋਲੇ ਪਈ ਅੱਧੀ ਇੱਟ ਦਾ ਰੋੜਾ ਚੁੱਕ ਕੇ ਸੰਤੋਖ ਦੇ ਮੱਥੇ ਵਿੱਚ ਮਾਰਿਆ। ਇੱਟ ਵੱਜਣ ਨਾਲ ਸੰਤੋਖ ਦੇ ਮੱਥੇ ਵਿੱਚੋਂ ਲਹੂ ਵਗਣ ਲੱਗ ਪਿਆ। ਸੰਤੋਖ ਦਰਦ ਨਾਲ ਚੀਕਾਂ ਮਾਰ ਰਿਹਾ ਸੀ ਤੇ ਸਾਰਾ ਸਕੂਲ ਵਿਹੜੇ ਵਿੱਚ ਇਕੱਠਾ ਹੋ ਗਿਆ ਸੀ। ਜੱਸੀ ਨੇ ਭੱਜ ਕੇ ਆ ਕੇ ਲਾਲੀ ਨੂੰ ਸੰਭਾਲ ਲਿਆ ਅਤੇ ਇੱਕ ਪਾਸੇ ਲੈ ਜਾ ਕੇ ਬਿਠਾ ਲਿਆ। ਰੌਲਾ ਸੁਣ ਕੇ ਸਕੂਲ ਸਟਾਫ ਵੀ ਆ ਗਿਆ ਸੀ। ਸਕੂਲ ਦੇ ਪ੍ਰਿੰਸੀਪਲ ਨੇ ਜਲਦੀ ਨਾਲ ਸੰਤੋਖ ਨੂੰ ਚੁੱਕਿਆ ਤੇ ਇੱਕ ਹੋਰ ਟੀਚਰ ਨੂੰ ਨਾਲ ਲੈ ਕੇ ਆਪਣੇ ਸਕੂਟਰ ਉੱਤੇ ਬਿਠਾ ਲਿਆ ਅਤੇ ਨਾਲ ਦੀ ਗਲੀ ਵਿੱਚ ਇੱਕ ਪ੍ਰਾਈਵੇਟ ਡਾਕਟਰ ਗੁਲਾਟੀ ਕੋਲ ਲੈ ਗਏ। ਡਾਕਟਰ ਨੇ ਉਸ ਦਾ ਜ਼ਖਮ ਸਾਫ਼ ਕਰਕੇ ਪੱਟੀ ਕਰ ਦਿੱਤੀ ਅਤੇ ਸਮਝਾ ਦਿੱਤਾ ਸੀ ਕਿ ਜ਼ਖਮ ਜ਼ਿਆਦਾ ਡੂੰਘਾ ਨਹੀਂ ਹੈ, ਘਬਰਾਉਣ ਵਾਲੀ ਗੱਲ ਨਹੀਂ ਹੈ, ਜਲਦੀ ਠੀਕ ਹੋ ਜਾਵੇਗਾ। ਡਾਕਟਰ ਨੇ ਕੁਝ ਦਵਾਈ ਲਿਖ ਕੇ ਦੇ ਦਿੱਤੀ ਅਤੇ ਵਾਪਸ ਭੇਜ ਦਿੱਤਾ। ਪ੍ਰਿੰਸੀਪਲ ਦੇ ਵਾਪਸ ਆਉਣ ਤੱਕ ਬਾਕੀ ਸਟਾਫ ਵਾਲਿਆਂ ਨੇ ਮਨਿੰਦਰ ਨੂੰ ਦਫ਼ਤਰ ਵਿੱਚ ਹੀ ਬਿਠਾ ਕੇ ਰੱਖਿਆ ਸੀ ਅਤੇ ਲਾਲੀ ਨੂੰ ਵੀ ਸਟਾਫ ਰੂਮ ਵਿੱਚ ਬਿਠਾ ਲਿਆ ਸੀ। ਲਾਲੀ ਦੇ ਮੱਥੇ ਉੱਤੇ ਵੀ ਫਰਸ਼ ਦੀ ਰਗੜ ਦੇ ਨਾਲ ਥੋੜਾ ਜਿਹਾ ਜ਼ਖਮ ਹੋ ਗਿਆ ਸੀ ਅਤੇ ਉਸ ਦੇ ਕੋਲ ਜੱਸੀ ਬੈਠੀ ਹੋਈ ਸੀ। ਉਸਨੇ ਲਾਲੀ ਨੂੰ ਪਾਣੀ ਪਿਆ ਦਿੱਤਾ ਸੀ। ਜੱਸੀ ਹਿੰਮਤ ਵਾਲੀ ਕੁੜੀ ਸੀ। ਛੋਟੀ ਉਮਰ ਦੀ ਹੋਣ ਦੇ ਬਾਵਜੂਦ ਵੀ ਉਹ ਜਮਾਂ ਹੀ ਨਹੀਂ ਘਬਰਾਈ। ਪ੍ਰਿੰਸੀਪਲ ਨੇ ਆ ਕੇ ਸਾਰੀ ਗੱਲ ਦਾ ਪਤਾ ਕੀਤਾ ਅਤੇ ਤਿੰਨਾਂ ਜਣਿਆਂ ਕੋਲੋਂ ਵਾਰੀ-ਵਾਰੀ ਸਾਰੀ ਗੱਲ ਪੁੱਛੀ। ਸੰਤੋਖ ਡਰਿਆ ਹੋਇਆ ਸੀ ਅਤੇ ਆਪਣੀ ਗਲਤੀ ਨੂੰ ਮੰਨ ਕੇ ਮਾਫੀ ਮੰਗ ਰਿਹਾ ਸੀ। ਮਨਿੰਦਰ ਨੇ ਸਾਫ਼-ਸਾਫ਼ ਦੱਸ ਦਿੱਤਾ ਸੀ ਕਿ ਸੰਤੋਖ ਲਾਲੀ ਦੀ ਗੁੱਤ ਫੜ ਕੇ ਖਿੱਚ ਧੂ ਕਰ ਰਿਹਾ ਸੀ ਅਤੇ ਮੈਂ ਉੱਪਰੋਂ ਬਰਾਂਡਿਆਂ ਵਿੱਚ ਖੜਾ ਦੇਖ ਰਿਹਾ ਸੀ। ਜਦੋਂ ਮੈਂ ਕੋਲੇ ਆ ਕੇ ਸੰਤੋਖ ਨੂੰ ਕਿਹਾ ਕਿ ਉਹ ਲਾਲੀ ਨੂੰ ਛੱਡ ਦੇਵੇ, ਪਰ ਜਦੋਂ ਇਹ ਨਾ ਮੰਨਿਆ ਤਾਂ ਮੈਂ ਇਸ ਦੇ ਇੱਟ ਮਾਰੀ। ਲਾਲੀ ਵੱਲੋਂ ਜੱਸੀ ਨੇ ਦੱਸਿਆ ਸੀ, ਕਿਉਂਕਿ ਲਾਲੀ ਘਬਰਾਈ ਹੋਈ ਸੀ ਤੇ ਕੁਝ ਬੋਲ ਨਹੀਂ ਰਹੀ ਸੀ।
ਬਾਕੀ ਸਾਰੇ ਹਾਲਾਤ ਨੂੰ ਨਰਿੰਦਰ ਭੈਣ ਜੀ ਨੇ ਸੰਭਾਲ ਲਿਆ ਸੀ। ਬਾਕੀ ਸਾਰੇ ਹਾਲਾਤ ਨੂੰ ਨਰਿੰਦਰ ਭੈਣ ਜੀ ਨੇ ਸੰਭਾਲ ਲਿਆ ਸੀ, ਕਿਉਂਕਿ ਉਹ ਲਾਲੀ ਦੀ ਮਾਮੀ ਦੀ ਜਾਣ ਪਛਾਣ ਵਾਲੀ ਸੀ। ਨਰਿੰਦਰ ਦੇ ਕਹਿਣ ਉੱਤੇ ਪ੍ਰਿੰਸੀਪਲ ਨੇ ਲਾਲੀ ਨੂੰ ਇੱਕ ਪਾਸੇ ਕੱਢ ਕੇ ਸੰਤੋਖ ਤੇ ਮਨਿੰਦਰ ਨੂੰ ਕਹਿ ਦਿੱਤਾ ਸੀ ਕਿ ਉਹ ਕੱਲ ਨੂੰ ਆਪਣੇ ਮਾਂ-ਬਾਪ ਨੂੰ ਨਾਲ ਲੈ ਕੇ ਆਉਣ। ਸੰਤੋਖ ਨੂੰ ਦਫ਼ਤਰ ਵਿੱਚ ਬੈਂਚ ਉੱਤੇ ਹੀ ਲੰਮਾ ਪਾ ਲਿਆ ਸੀ ਤੇ ਮਨਿੰਦਰ ਨੂੰ ਕਲਾਸ ਵਿੱਚ ਭੇਜ ਦਿੱਤਾ ਸੀ। ਉਂਝ ਤਾਂ ਮਨਿੰਦਰ ਚੰਚਲ ਤੇ ਨਿੱਡਰ ਜਿਹਾ ਮੁੰਡਾ ਸੀ। ਉਹ ਕਲਾਸ ਵਿੱਚ ਇਸ ਤਰ੍ਹਾਂ ਬੈਠਾ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ, ਪਰ ਉਹ ਅੰਦਰੋਂ ਡਰ ਰਿਹਾ ਸੀ ਕਿ ਹੁਣ ਗੱਲ ਘਰੇ ਪਹੁੰਚ ਜਾਵੇਗੀ ਤੇ ਡੈਡੀ ਦੀ ਡਾਂਟ ਪਵੇਗੀ। ਉਹ ਕਲਾਸ ਵਿੱਚ ਆਉਣ ਤੋਂ ਪਹਿਲਾਂ ਸਟਾਫ ਰੂਮ ਵਿੱਚ ਜਾ ਕੇ ਲਾਲੀ ਕੋਲੋਂ ਪੁੱਛ ਆਇਆ ਸੀ ਕਿ ਉਹ ਠੀਕ ਹੈ। ਅੱਜ ਉਸਨੇ 4 ਮਹੀਨਿਆਂ ਬਾਅਦ ਲਾਲੀ ਨੂੰ ਬੁਲਾਇਆ ਸੀ। ਨਰਿੰਦਰ ਭੈਣ ਜੀ ਲਾਲੀ ਨੂੰ ਲੈ ਕੇ ਸਕੂਲ ਦੇ ਸਾਹਮਣੇ ਵਾਲੇ ਮਧੇ ਵਾਲੇ ਡਾਕਟਰ ਕੋਲੋਂ ਜ਼ਖਮ ਸਾਫ਼ ਕਰਾ ਕੇ ਪੱਟੀ ਕਰਾ ਲਈ ਸੀ ਅਤੇ ਨਾਲੇ ਉਸਨੇ ਪਿਆਰ ਨਾਲ ਲਾਲੀ ਕੋਲੋਂ ਪੁੱਛ ਲਿਆ ਸੀ ਕਿ ਸੰਤੋਖ ਨੇ ਤੇਰੀ ਗੁੱਤ ਕਿਉਂ ਪੱਟੀ ਸੀ। ਲਾਲੀ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਉਸ ਨੂੰ ਤੰਗ ਕਰ ਰਿਹਾ ਸੀ। ਇਹ ਸੁਣ ਕੇ ਨਰਿੰਦਰ ਨੂੰ ਸਾਰੀ ਗੱਲ ਸਮਝ ਆ ਗਈ ਅਤੇ ਉਸਨੇ ਉਸ ਨੂੰ ਵਾਪਸ ਸਟਾਫ ਰੂਮ ਵਿੱਚ ਬਿਠਾ ਕੇ ਲਾਲੀ ਨੂੰ ਸਟਾਫ ਰੂਮ ਵਿੱਚ ਲਿਆ ਬਿਠਾਇਆ। 2 ਮਿੰਟ ਵਿੱਚ ਵਾਪਰੇ ਇਸ ਹਾਦਸੇ ਨੇ ਲਾਲੀ ਦੇ ਮੱਥੇ ਵਾਲੇ ਦਰਦ ਨੂੰ ਭੁਲਾ ਕੇ ਉਸ ਦੇ ਮਨ ਵਿੱਚ ਖੁਸ਼ੀ ਦੀ ਲਹਿਰ ਜੀ ਬਿਖੇਰ ਦਿੱਤੀ ਸੀ ਅਤੇ ਖੁਸ਼ੀ ਵਿੱਚ ਰੋਈ ਜਾਂਦੀ ਸੀ। ਇਹ ਹਾਦਸਾ ਐਸਾ ਵਾਪਰਿਆ ਸੀ, ਇਸ ਨਾਲ 3 ਪਰਿਵਾਰਾਂ ਵਿੱਚ ਲੜਾਈ ਝਗੜੇ ਦਾ ਕਾਰਨ ਵੀ ਬਣ ਸਕਦਾ ਸੀ। ਲਾਲੀ ਨੂੰ ਇਸ ਗੱਲ ਉੱਤੇ ਤਾਂ ਦੁਖੀ ਹੋਣਾ ਚਾਹੀਦਾ ਸੀ ਕਿ ਪੂਰੇ ਸਕੂਲ ਵਿੱਚ ਇਹ ਉਸ ਦੀ ਬਦਨਾਮੀ ਦਾ ਕਾਰਨ ਵੀ ਬਣ ਸਕਦੀ ਹੈ, ਪਰ ਉਹ ਖੁਸ਼ ਹੋ ਰਹੀ ਸੀ। ਪਤਾ ਨਹੀਂ ਉਸ ਦਾ ਬਚਪਨਾ ਸੀ ਜਾਂ ਬਚਪਨ ਵਾਲੇ ਪਿਆਰ ਦੀ ਨਾ ਸਮਝੀ ਸੀ। ਉਸ ਵਾਸਤੇ ਤਾਂ ਇਤਨਾ ਹੀ ਕਾਫੀ ਸੀ ਕਿ ਮਨਿੰਦਰ ਉਸ ਦੀ ਇੱਕ ਆਵਾਜ਼ ਉੱਤੇ ਉਸ ਦੀ ਮਦਦ ਕਰਨ ਵਾਸਤੇ ਆ ਗਿਆ ਸੀ ਅਤੇ ਮੇਰੇ ਕੋਲ ਆ ਕੇ ਮੈਨੂੰ ਬੁਲਾ ਕੇ ਵੀ ਗਿਆ। ਇਸ ਦਾ ਮਤਲਬ ਹੈ ਜਿਵੇਂ ਮੈਂ ਉਸ ਨੂੰ ਚੇਤੇ ਕਰਦੀ ਹਾਂ ਉਵੇਂ ਉਹ ਵੀ ਮੈਨੂੰ ਚੇਤੇ ਰੱਖਦਾ। ਕਾਲੀ ਕੋਇਲ ਵਾਂਗ ਮੇਰਾ ਵੀ ਉਸ ਦੇ ਪਿਆਰ ਵਿੱਚ ਸੜਨਾ ਕੰਮ ਆ ਗਿਆ। ਉਹ ਉਸ ਦਿਨ ਘਰੇ ਜਾ ਕੇ ਵੀ ਰਾਤ ਨੂੰ ਦਿਨ ਵਾਲੇ ਹਾਦਸੇ ਨੂੰ ਯਾਦ ਕਰਕੇ ਦੁਖੀ ਹੋਣ ਦੀ ਬਜਾਏ ਖੁਸ਼ ਹੋ ਰਹੀ ਸੀ। ਸਾਰੀ ਛੁੱਟੀ ਤੋਂ ਬਾਅਦ ਨਰਿੰਦਰ ਭੈਣ ਜੀ ਲਾਲੀ ਨੂੰ ਆਪਣੀ ਹੀਰੋ ਮੈਜੈਸਟਿਕ ਸਕੂਟਰੀ ਉੱਤੇ ਬਿਠਾ ਕੇ ਘਰ ਲੈ ਗਈ ਸੀ। ਇੱਕ ਵਾਰ ਤਾਂ ਲਾਲੀ ਦੇ ਪੱਟੀ ਵੱਜੀ ਦੇਖ ਕੇ ਘਰ ਵਾਲੇ ਸਾਰੇ ਘਬਰਾ ਗਏ ਸਨ, ਪਰ ਨਰਿੰਦਰ ਮੈਡਮ ਨੇ ਦੱਸਿਆ ਕਿ ਘਬਰਾਉਣ ਵਾਲੀ ਗੱਲ ਨਹੀਂ। ਖੇਡਦਿਆਂ ਹੋਇਆਂ ਬੱਚਿਆਂ ਵਿੱਚੋਂ ਕਿਸੇ ਨੇ ਲਾਲੀ ਨੂੰ ਧੱਕਾ ਦੇ ਦਿੱਤਾ ਅਤੇ ਕੰਧ ਨਾਲ ਵੱਜਣ ਕਰਕੇ ਉਸ ਦੇ ਮੱਥੇ ਉੱਤੇ ਥੋੜੀ ਰਗੜ ਜੀ ਆਈ ਹੈ। ਇਹ ਸੁਣ ਕੇ ਸਾਰਿਆਂ ਨੂੰ ਤਸੱਲੀ ਹੋ ਗਈ। ਬਾਕੀ ਸਾਰੀ ਗੱਲ ਨਰਿੰਦਰ ਮੈਡਮ ਪ੍ਰਿੰਸੀਪਲ ਨੂੰ ਸਮਝਾ ਕੇ ਆਈ ਸੀ। ਦੂਜੇ ਦਿਨ ਸਕੂਲ ਵਿੱਚ ਮਨਿੰਦਰ ਤੇ ਸੰਤੋਖ ਦੇ ਮਾਤਾ ਪਿਤਾ ਆਏ ਸਨ। ਇੱਕ ਵਾਰ ਤਾਂ ਸੰਤੋਖ ਦਾ ਪਿਤਾ ਗੁੱਸੇ ਵਿੱਚ ਸੀ ਕਿਉਂਕਿ ਸੰਤੋਖ ਨੇ ਘਰ ਜਾ ਕੇ ਪੂਰੀ ਗੱਲ ਨਹੀਂ ਦੱਸੀ ਸੀ, ਪਰ ਜਦੋਂ ਸਕੂਲ ਆ ਕੇ ਪੂਰੀ ਗੱਲ ਦਾ ਪਤਾ ਲੱਗਿਆ ਕਿ ਸੰਤੋਖ ਨੇ ਕਿਸੇ ਕੁੜੀ ਦੀ ਗੁੱਤ ਪੁੱਟੀ ਹੈ ਤੇ ਦੂਜਾ ਮੁੰਡਾ ਛੁਡਾ ਰਿਹਾ ਸੀ, ਇਸ ਚੱਕਰ ਵਿੱਚ ਇਸ ਦੇ ਸੱਟ ਵੱਜ ਗਈ। ਪ੍ਰਿੰਸੀਪਲ ਨੇ ਉਸ ਦੇ ਪਿਤਾ ਨੂੰ ਸਮਝਾਇਆ ਕਿ ਸੋਚਣ ਵਾਲੀ ਗੱਲ ਹੈ ਕਿ ਸੰਤੋਖ ਨੇ ਕੁੜੀ ਨੂੰ ਧੱਕਾ ਦੇ ਕੇ ਫਰਸ਼ ਉੱਤੇ ਸੁੱਟਿਆ ਸੀ, ਜਿਸ ਨਾਲ ਕੁੜੀ ਦੇ ਵੀ ਮੱਥੇ ਉੱਤੇ ਸੱਟ ਵੱਜੀ ਹੈ ਅਤੇ ਲੜਾਈ ਦੇ ਡਰ ਤੋਂ ਅਸੀਂ ਕੁੜੀ ਦੇ ਮਾਂ-ਬਾਪ ਨੂੰ ਨਹੀਂ ਬੁਲਾਇਆ ਅਤੇ ਇਸ ਗੱਲ ਨੂੰ ਛੁਪਾ ਕੇ ਰੱਖਿਆ। ਇਹ ਸੁਣ ਕੇ ਸੰਤੋਖ ਦੇ ਪਿਓ ਦਾ ਗੁੱਸਾ ਠੰਡਾ ਹੋ ਗਿਆ ਅਤੇ ਪ੍ਰਿੰਸੀਪਲ ਨੂੰ ਕਿਹਾ,
ਜੇ ਇਹ ਗੱਲ ਹੈ ਤਾਂ ਇਸ ਦੇ ਚੰਗੀ ਤਰ੍ਹਾਂ ਤੌਣੀ ਲਾਉਣੀ ਸੀ। ਪ੍ਰਿੰਸੀਪਲ ਨੇ ਕਿਹਾ ਕਿ ਬੱਚੇ ਨੂੰ ਕੁੱਟਣਾ ਕਿਸੇ ਗੱਲ ਦਾ ਹੱਲ ਨਹੀਂ ਹੁੰਦਾ, ਸਗੋਂ ਇਸ ਨਾਲ ਬੱਚਾ ਜ਼ਿਆਦਾ ਵਿਗੜ ਜਾਂਦਾ। ਪ੍ਰਿੰਸੀਪਲ ਨੇ ਸੰਤੋਖ ਨੂੰ ਦਫ਼ਤਰ ਵਿੱਚ ਬੁਲਾ ਕੇ ਉਸ ਦੇ ਪਿਤਾ ਦੇ ਸਾਹਮਣੇ ਚੰਗੀ ਤਰ੍ਹਾਂ ਡਾਂਟ ਕੇ ਅਤੇ ਵਾਰਨਿੰਗ ਦੇ ਕੇ ਕਲਾਸ ਵਿੱਚ ਭੇਜ ਦਿੱਤਾ। ਕੱਲ੍ਹ ਵਾਲੇ ਹਾਦਸੇ ਤੋਂ ਸੰਤੋਖ ਆਪਣੀ ਕਲਾਸ ਵਿੱਚ ਬਹੁਤ ਸ਼ਰਮਿੰਦਾ ਸੀ ਅਤੇ ਸੁੰਗੜਿਆ ਜਿਹਾ ਬੈਠਾ ਸੀ। ਹੁਣ ਮਨਿੰਦਰ ਦੇ ਮਨ ਨੂੰ ਲਾਲੀ ਦੀ ਖਿੱਚ ਜੀ ਪੈਣ ਲੱਗ ਗਈ ਸੀ। ਅੱਜ ਉਹ ਲੰਚ ਵੇਲੇ ਇਕੱਲਾ ਹੀ ਬੈਠਾ ਸੀ, ਪਰ ਉਸ ਦਾ ਮਨ ਕਰਦਾ ਸੀ ਕੋਈ ਲਾਲੀ ਕੋਲ ਜਾ ਕੇ ਬੈਠ ਜਾਏ। ਹੁਣ ਉਸ ਨੂੰ ਦੂਜੇ ਬੱਚਿਆਂ ਦੇ ਮਜ਼ਾਕ ਉਡਾਉਣ ਦਾ ਕੋਈ ਡਰ ਨਹੀਂ ਸੀ, ਪਰ ਉਹ ਲਾਲੀ ਨਾਲ ਕੀਤੇ ਦੁਰਵਿਵਹਾਰ ਤੋਂ ਸ਼ਰਮਿੰਦਾ ਵੀ ਸੀ ਅਤੇ ਲਾਲੀ ਕੋਲ ਜਾਣ ਦੀ ਉਸ ਕੋਲ ਹਿੰਮਤ ਵੀ ਨਹੀਂ ਸੀ। ਉਧਰ ਲਾਲੀ ਦਾ ਵੀ ਦਿਲ ਕਰਦਾ ਸੀ ਕਿ ਉਹ ਮਨਿੰਦਰ ਕੋਲੇ ਬੈਠ ਕੇ ਖਾਣਾ ਖਾ ਲਵੇ, ਪਰ ਉਹ ਡਰਦੀ ਸੀ ਕਿ ਪਤਾ ਨਹੀਂ ਮਨਿੰਦਰ ਅੱਗੋਂ ਕੀ ਕਰ ਦੇਵੇ, ਕਿਉਂਕਿ ਉਸਨੇ ਉਸ ਦਿਨ ਉਸ ਦਾ ਭਿਆਨਕ ਰੂਪ ਦੇਖਿਆ ਸੀ। ਇੱਕ ਦਿਨ ਹਿੰਮਤ ਮਾਰ ਕੇ ਲਾਲੀ ਆਪਣੇ ਖਾਣੇ ਵਾਲਾ ਟਿਫਨ ਲੈ ਕੇ ਮਨਿੰਦਰ ਕੋਲ ਜਾ ਬੈਠੀ ਤੇ ਖਾਣਾ ਖਾਣ ਲੱਗ ਗਈ। ਕੁਝ ਚਿਰ ਤਾਂ ਉਹ ਦੋਵੇਂ ਇੱਕ ਦੂਜੇ ਨਾਲ ਨਾ ਬੋਲੇ, ਪਰ ਫਿਰ ਲਾਲੀ ਨੇ ਹੌਲੀ ਜੀ ਪੁੱਛ ਹੀ ਲਿਆ ਕਿ ਉਸ ਦਿਨ ਤੈਨੂੰ ਘਰੋਂ ਕੁੱਟ ਨਹੀਂ ਪਈ ਜਾਂ ਸਕੂਲ ਵਿੱਚੋਂ ਕੁੱਟ ਨਹੀਂ ਪਈ। ਮਨਿੰਦਰ ਕਹਿੰਦਾ, ਨਹੀਂ, ਮੇਰੀ ਮੰਮੀ ਖੁਸ਼ ਹੋਈ ਸੀ ਕਿ ਤੂੰ ਚੰਗਾ ਕੀਤਾ ਉਸ ਮੁੰਡੇ ਨੂੰ ਕੁੱਟ ਕੇ, ਨਾਲੇ ਸਕੂਲ ਵਾਲਿਆਂ ਨੇ ਵੀ ਮੈਨੂੰ ਕੁਝ ਨਹੀਂ ਕਿਹਾ। ਜੱਸੀ ਨੇ ਤੇ ਨਰਿੰਦਰ ਮੈਡਮ ਨੇ ਪ੍ਰਿੰਸੀਪਲ ਸਰ ਨਾਲ ਆਪੇ ਗੱਲ ਕਰ ਲਈ ਸੀ। ਪ੍ਰਿੰਸੀਪਲ ਸਰ ਨੇ ਸਾਰਿਆਂ ਦੇ ਸਾਹਮਣੇ ਮੇਰੇ ਹੱਥਾਂ ਉੱਤੇ ਬਸ 2 ਹੀ ਫੁੱਟੇ ਮਾਰੇ ਸਨ। ਲਾਲੀ ਨੇ ਇਹ ਗੱਲ ਸੁਣ ਕੇ ਆਪਣੇ ਹੱਥਾਂ ਦੀਆਂ ਮੁੱਠੀਆਂ ਵਿੱਚ ਲਈਆਂ। ਉਸ ਨੂੰ ਲੱਗਿਆ ਜਿਵੇਂ ਉਸ ਦੇ ਹੀ ਹੱਥਾਂ ਉੱਤੇ ਫੁੱਟੇ ਵੱਜੇ ਹੋਣ। ਇਸ ਤਰ੍ਹਾਂ ਲਾਲੀ ਤੇ ਮਨਿੰਦਰ ਫਿਰ ਤੋਂ ਰੋਜ਼ ਇਕੱਠੇ ਬੈਠ ਕੇ ਖਾਣਾ ਖਾਣ ਲੱਗ ਗਏ ਅਤੇ ਛੋਟੀਆਂ-ਛੋਟੀਆਂ ਗੱਲਾਂ ਹਰ ਵੇਲੇ ਕਰਦੇ ਰਹਿੰਦੇ ਸਨ। ਦੋਨਾਂ ਨੂੰ ਇਕੱਠਿਆਂ ਬੈਠੇ ਦੇਖ ਕੇ ਕੋਈ ਇਤਰਾਜ਼ ਵਾਲੀ ਗੱਲ ਨਹੀਂ ਸਮਝਦਾ ਸੀ, ਕਿਉਂਕਿ ਉਸ ਦਿਨ ਮਨਿੰਦਰ ਨੇ ਲਾਲੀ ਨੂੰ ਸੰਤੋਖ ਕੋਲੋਂ ਛਡਵਾਇਆ ਸੀ ਅਤੇ ਬੱਚਿਆਂ ਦਾ ਇੱਕ ਦੂਜੇ ਵੱਲ ਝੁਕਾਅ ਹੋਣਾ ਜਾਂ ਦੋਸਤੀ ਪੈ ਜਾਣਾ ਕੁਦਰਤੀ ਗੱਲ ਸੀ। ਉਹ ਦੋਵੇਂ ਬਹੁਤ ਖੁਸ਼ ਰਹਿਣ ਲੱਗ ਗਏ ਸਨ ਅਤੇ ਲਾਲੀ ਦੀਆਂ ਗੱਲਾਂ ਦੀ ਲਾਲੀ ਫਿਰ ਤੋਂ ਚਮਕਣ ਲੱਗ ਗਈ ਸੀ। ਇਸ ਤਰ੍ਹਾਂ ਹੌਲੀ-ਹੌਲੀ ਦਿਨ ਗੁਜ਼ਰਦੇ ਗਏ ਅਤੇ ਸਕੂਲ ਦੀਆਂ ਪ੍ਰਾਇਮਰੀ ਕਲਾਸਾਂ ਦੇ ਇਮਤਿਹਾਨ ਸ਼ੁਰੂ ਹੋ ਗਏ। ਮਨਿੰਦਰ 5ਵੀਂ ਕਲਾਸ ਦੇ ਪੇਪਰ ਦੇ ਰਿਹਾ ਸੀ ਤੇ ਲਾਲੀ 4ਥੀ ਕਲਾਸ ਦੇ ਪੇਪਰ ਦੇ ਰਹੀ ਸੀ। ਜਦੋਂ ਪੇਪਰਾਂ ਦੇ ਰਿਜ਼ਲਟ ਆਏ ਤਾਂ ਲਾਲੀ ਦੂਜੇ ਨੰਬਰ ਉੱਤੇ ਆਈ ਸੀ ਅਤੇ ਮਨਿੰਦਰ ਵੀ ਆਪਣੀ ਕਲਾਸ ਵਿੱਚੋਂ ਦੂਜੇ ਨੰਬਰ ਉੱਤੇ ਆਇਆ ਸੀ। ਮਨਿੰਦਰ ਤਾਂ ਹਮੇਸ਼ਾ ਹੀ ਦੂਜੇ ਨੰਬਰ ਉੱਤੇ ਆਉਂਦਾ ਸੀ, ਪਰ ਲਾਲੀ ਕੁਝ ਪਰੇਸ਼ਾਨ ਰਹਿਣ ਨਾਲ ਇਸ ਸਾਲ ਦੂਜੇ ਨੰਬਰ ਉੱਤੇ ਆਈ ਸੀ, ਨਹੀਂ ਤਾਂ ਉਹ ਹਰ ਵਾਰ ਪਹਿਲੇ ਨੰਬਰ ਉੱਤੇ ਹੀ ਆਉਂਦੀ ਸੀ। ਛੁੱਟੀਆਂ ਤੋਂ ਬਾਅਦ ਨਵੀਆਂ ਕਲਾਸਾਂ ਸ਼ੁਰੂ ਹੋ ਗਈਆਂ ਸਨ। ਲਾਲੀ 5ਵੀਂ ਕਲਾਸ ਵਿੱਚ ਬੈਠਣ ਲੱਗ ਗਈ ਸੀ ਅਤੇ ਮਨਿੰਦਰ 6ਵੀਂ ਕਲਾਸ ਵਿੱਚ ਬੈਠਣ ਲੱਗ ਗਿਆ ਸੀ। ਕੁਦਰਤ ਰੱਬ ਦੀ, ਲਾਲੀ ਨੂੰ ਉਹ ਹੀ ਡੈਸਕ ਮਿਲਿਆ ਸੀ ਜਿਹੜੇ ਉੱਤੇ ਮਨਿੰਦਰ ਬੈਠਦਾ ਹੁੰਦਾ ਸੀ ਅਤੇ ਲੰਚ ਟਾਈਮ ਉੱਤੇ ਲਾਲੀ ਨੇ ਮਨਿੰਦਰ ਨੂੰ ਬਹੁਤ ਖੁਸ਼ ਹੋ ਕੇ ਦੱਸਿਆ ਸੀ ਕਿ ਮੈਨੂੰ ਤੇਰੇ ਵਾਲਾ ਡੈਸਕ ਮਿਲਿਆ, ਜਿਹੜੇ ਉੱਤੇ ਤੂੰ ਬੈਠਦਾ ਸੀ ਨਾ। ਇਹ ਸੁਣ ਕੇ ਮਨਿੰਦਰ ਨੂੰ ਵੀ ਬਹੁਤ ਖੁਸ਼ੀ ਹੋਈ।
ਇਸ ਤਰ੍ਹਾਂ ਉਹਨਾਂ ਦੇ ਪਿਆਰ ਦਾ ਰੰਗ ਦਿਨੋਂ ਦਿਨ ਗੂੜਾ ਹੁੰਦਾ ਜਾਂਦਾ ਸੀ ਅਤੇ ਉਹ ਅਣਜਾਣੇ ਜਿਹੇ ਵਿੱਚ ਇੱਕ ਲੰਮਾ ਰਸਤਾ ਤੈਅ ਕਰਨ ਵੱਲ ਚੱਲ ਪਏ ਸਨ। ਉਹਨਾਂ ਦੀਆਂ ਖੇਡਾਂ ਤਾਂ ਬਚਪਨ ਵਾਲੀਆਂ ਸਨ, ਪਰ ਉਹਨਾਂ ਦੇ ਦਿਲ ਪਿਆਰ ਦੀ ਦੁਨੀਆ ਵਿੱਚ ਵੱਡਿਆਂ ਵਾਂਗ ਧੜਕਦੇ ਸਨ। ਸੰਤੋਖ ਤਾਂ ਅੱਜ ਕੱਲ ਕੰਨ ਵਿੱਚ ਪਾਇਆ ਵੀ ਨਹੀਂ ਰੜਕਦਾ ਸੀ। 5ਵੀਂ ਕਲਾਸ ਕਰਦਿਆਂ ਕਰਦਿਆਂ ਲਾਲੀ 14 ਸਾਲ ਦੀ ਹੋ ਗਈ ਸੀ। ਉਸ ਦੀ ਟੀਨ ਏਜ ਦਾ ਇਹ ਦੂਜਾ ਸਾਲ ਸੀ। ਉਹ ਕਣਕ ਦੀਆਂ ਵੱਲੀਆਂ ਵਾਂਗ ਦਿਨੋਂ ਦਿਨ ਨਿਸਰਦੀ ਜਾਂਦੀ ਸੀ। ਉਹ ਗੁਲਾਬ ਦੇ ਅੱਧ ਖਿੜੇ ਫੁੱਲ ਵਾਂਗ ਖੁਸ਼ਬੂ ਦਾ ਸਾਗਰ ਆਪਣੇ ਅੰਦਰ ਸਮੋਈ ਬੈਠੀ ਸੀ। ਉਸ ਦੇ ਸਰੀਰ ਦੀ ਬਣਾਵਟ ਕਿਸੇ ਬਾਕਮਾਲ ਪੱਥਰ ਘਾੜੇ ਦੀ ਬਣਾਈ ਹੋਈ ਪੱਥਰ ਦੀ ਮੂਰਤ ਦਾ ਰੂਪ ਧਾਰਨ ਕਰਦੀ ਜਾਂਦੀ ਸੀ। ਗਰਮੀ ਦੀਆਂ ਰੁੱਤਾਂ ਤੋਂ ਬਾਅਦ ਸਰਦੀ ਦੀਆਂ ਰੁੱਤਾਂ ਸ਼ੁਰੂ ਹੋ ਗਈਆਂ ਸਨ। ਜਦੋਂ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਲਾਲੀ ਤੇ ਮਨਿੰਦਰ ਇੱਕ ਦੂਜੇ ਨੂੰ ਮਿਲੇ ਸਨ ਤਾਂ ਦੋਨਾਂ ਨੇ ਮਿਲ ਕੇ ਹਿਰਨੀ ਦੇ ਬੱਚਿਆਂ ਵਾਂਗ ਖੂਬ ਟਪੂਸੀਆਂ ਮਾਰੀਆਂ ਸਨ। ਅਗਲੇ ਮਹੀਨੇ ਹੀ ਸਾਵਣ ਦਾ ਮਹੀਨਾ ਚੜ੍ਹ ਗਿਆ ਅਤੇ ਇਸ ਸਾਲ ਬਾਰਿਸ਼ਾਂ ਬਹੁਤ ਹੋਈਆਂ ਸਨ। ਲਾਲੀ ਦੀ ਜਵਾਨੀ ਦਾ ਇਹ ਪਹਿਲਾ ਸਾਵਣ ਸੀ ਅਤੇ ਸਾਵਣ ਦੇ ਕਾਲੇ ਬੱਦਲਾਂ ਨੂੰ ਦੇਖ ਕੇ ਲਾਲੀ ਦਾ ਜਵਾਨੀ ਵਿੱਚ ਉੱਭਰਦਾ ਸਰੀਰ ਕਰਵਟਾਂ ਲੈਂਦਾ ਅਤੇ ਮਚਲਣ ਲੱਗ ਜਾਂਦਾ ਸੀ। ਅੱਧੀ ਛੁੱਟੀ ਵੇਲੇ ਜਾਂ ਸਾਰੀ ਛੁੱਟੀ ਵੇਲੇ ਜਦੋਂ ਬਾਰਿਸ਼ ਦੀਆਂ ਤਿੱਖੀਆਂ ਕਣੀਆਂ ਲਾਲੀ ਦੇ ਅੰਗਾਂ ਉੱਤੇ ਪੈਂਦੀਆਂ ਸਨ ਤਾਂ ਉਸ ਦੇ ਸਾਰੇ ਸਰੀਰ ਨੂੰ ਕੰਬਣੀ ਜੀ ਛਿੜ ਜਾਂਦੀ ਸੀ ਅਤੇ ਉਸ ਦਾ ਦਿਲ ਕਰਦਾ ਸੀ ਕਿ ਉਹ ਮਨਿੰਦਰ ਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਵੇ। ਜਦੋਂ ਬਾਰਿਸ਼ ਦੀਆਂ ਕਣੀਆਂ ਉਸ ਦੇ ਸਰੀਰ ਦੇ ਅੰਗਾਂ ਨੂੰ ਛੂੰਹਦੀਆਂ ਸਨ ਤਾਂ ਉਸ ਦਾ ਮਨ ਮਚਲ ਜਾਂਦਾ ਸੀ, ਪਰ ਉਸ ਨੂੰ ਪਤਾ ਨਹੀਂ ਲੱਗਦਾ ਸੀ ਕਿ ਇਉਂ ਕਿਉਂ ਹੋ ਰਿਹਾ ਹੈ। ਹੁਣ ਗਰਮੀਆਂ ਤੋਂ ਬਾਅਦ ਠੰਡੀ ਮਿੱਠੀ ਰੁੱਤ ਆ ਗਈ ਸੀ। ਇਸ ਠੰਡੀ ਮਿੱਠੀ ਰੁੱਤ ਦੀ ਤਾਂ ਆਦਤ ਹੀ ਹੈ ਕਿ ਇਹ ਜਵਾਨ ਹੋ ਰਹੇ ਚਿਹਰਿਆਂ ਨਾਲ ਛੇੜਛਾੜ ਕਰਦੀ ਹੀ ਰਹਿੰਦੀ ਹੈ। ਜਦੋਂ ਰਾਤ ਦੀ ਠੰਡ ਤੋਂ ਬਾਅਦ ਸਵੇਰੇ ਸਵੇਰੇ ਸੂਰਜ ਦੀ ਪਿਆਰੀ ਪਿਆਰੀ ਧੁੱਪ ਜਵਾਨ ਚਿਹਰਿਆਂ ਦੀਆਂ ਗੱਲਾਂ ਨੂੰ ਛੇੜਦੀ ਹੈ ਤਾਂ ਉਹਨਾਂ ਦੇ ਦਿਲ ਦੀਆਂ ਹਜ਼ਾਰਾਂ ਉਮੰਗਾਂ ਨੂੰ ਵੀ ਛੇੜ ਜਾਂਦੀ ਹੈ। ਉਂਝ ਲੋਕ ਕਹਿੰਦੇ ਹਨ ਕਿ ਸਰਦੀਆਂ ਦੀ ਸਵੇਰ ਵਾਲੀ ਧੁੱਪ ਸਾਡੀ ਚਮੜੀ ਨੂੰ ਵਿਟਾਮਿਨ ਦਿੰਦੀ ਹੈ, ਪਰ ਇਹ ਗੱਲ ਬਿਲਕੁਲ ਸੱਚੀ ਹੈ। ਸਵੇਰ ਦੀ ਧੁੱਪ ਵਿਟਾਮਿਨ ਦਿੰਦੀ ਤਾਂ ਹੈ, ਪਰ ਉਧੇੜ ਉਮਰ ਦੇ ਚਿਹਰਿਆਂ ਨੂੰ ਦਿੰਦੀ ਹੈ। ਜਵਾਨ ਚਿਹਰਿਆਂ ਨਾਲ ਤਾਂ ਇਹ ਧੁੱਪ ਸ਼ਰਾਰਤਾਂ ਹੀ ਕਰਦੀ ਹੈ ਤੇ ਵਿਟਾਮਿਨ ਦੀ ਥਾਵੇਂ ਨਵੀਆਂ ਨਵੀਆਂ ਉਮੰਗਾਂ ਜਗਾ ਜਾਂਦੀ ਹੈ। ਸੋ ਦੋਸਤੋ, ਇੱਥੋਂ ਤੱਕ ਆਪਾਂ ਮੇਰੇ ਲਿਖੇ ਨਾਵਲ ਇੰਨਾ ਨਾ ਰਵਾਇਆ ਕਰਦਾ ਤੀਜਾ ਭਾਗ ਸੁਣਿਆ ਹੈ। ਇਸ ਤੋਂ ਅੱਗੇ ਆਪਾਂ ਚੌਥੇ ਭਾਗ ਵਿੱਚ ਸੁਣਾਂਗੇ।